ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੋਰਟ ਵੱਲੋਂ ਟਰੰਪ ਨੂੰ ਵੱਡਾ ਝਟਕਾ। ਮੈਕਸੀਕੋ ਵਿੱਚ ਮਨੁੱਖੀ ਤਸਕਰੀ ਦੌਰਾਨ ਭਿਆਨਕ ਹਾਦਸਾ, 54 ਪ੍ਰਵਾਸੀਆਂ ਦੀ ਮੌਤ। ਵਾਈਡਨ ਵੱਲੋਂ ਨਿਰਪੱਖ ਚੋਣਾਂ ਤੇ ਆਜ਼ਾਦ ਮੀਡੀਆ ਦੀ ਵਕਾਲਤ। ਏਅਰ ਕੈਨੇਡਾ ਨੂੰ ਪੰਜਾਬ ਵਿੱਚ ਲੱਗਿਆ ਜੁਰਮਾਨਾ। ਇੰਗਲੈਂਡ ਵਿੱਚ 34 ਸਾਲ ਸਜ਼ਾ ਕੱਟ ਕੇ ਮੁੜੇ ਭਾਈ ਰਜਿੰਦਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤਾ ਗਿਆ ਸਨਮਾਨਿਤ। ਕੈਨੇਡਾ ਅਮਰੀਕਾ ਤੋਂ ਪਾਰਸਲਾਂ ਰਾਹੀਂ ਕੋਕੀਨ ਸਣੇ ਵੱਡੀ ਪੱਧਰ ਤੇ ਨਸ਼ਾ ਭਾਰਤ ਭੇਜਿਆ ਜਾ ਰਿਹਾ ਸੀ। ਕੈਨੇਡਾ ਪੁਲਿਸ ਨੇ ਬਰਾਮਦ ਕੀਤੀ 112 ਕਿਲੋ ਕੋਕੀਨ। ਪੰਜਾਬੀ ਮੂਲ ਦੇ 2 ਨੌਜਵਾਨ ਗ੍ਰਿਫਤਾਰ। ਆਸਟ੍ਰੇਲੀਆਈ ਫੌਜ ਨੇ ਯੂਰੋਪੀਅਨ ਦੀ ਥਾਂ ਅਮਰੀਕੀ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਸ਼ੁਰੂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇੱਕ ਸੰਘੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 6 ਜਨਵਰੀ 2020 ਦੀ ਘਟਨਾ ਦੀ ਜਾਂਚ ਕਰ ਰਹੀ ਸਦਨ ਦੀ ਕਮੇਟੀ ਨੂੰ ਵਾਈਟ ਹਾਊਸ ਦਾ ਰਿਕਾਰਡ ਦੇਣ ਵਿਰੁੱਧ ਦਾਇਰ ਅਪੀਲ ਰੱਦ ਕਰ ਦਿੱਤੀ ਹੈ। ਹਾਲਾਂਕਿ ਅਦਾਲਤ ਨੇ ਸੁਪਰੀਮ ਕੋਰਟ ਜਾਣ ਲਈ ਸਾਬਕਾ ਰਾਸ਼ਟਰਪਤੀ ਨੂੰ 2 ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਜਾਂਚ ਕਮੇਟੀ ਨੇ 6 ਜਨਵਰੀ ਨੂੰ ਵਾਈਟ ਹਾਊਸ ਉੱਪਰ ਹਮਲੇ ਸਮੇਂ ਦੀਆਂ ਈਮੇਲਾਂ ਤੇ ਹੋਰ ਰਿਕਾਰਡ ਆਪਣੇ ਕਬਜ਼ੇ ਵਿੱਚ ਕਰ ਲਿਆ। ਜੱਜ ਪੈਟਰੀਸੀਆ ਮਿਲੈਟ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ 6 ਜਨਵਰੀ ਦੀਆਂ ਘਟਨਾਵਾਂ ਨੇ ਲੋਕਤਾਂਤਰਿਕ ਸੰਸਥਾਵਾਂ ਤੇ ਰਵਾਇਤੀ ਨਾਜ਼ੁਕਤਾ ਨੂੰ ਉਜਾਗਰ ਕੀਤਾ ਹੈ, ਜਿਨ੍ਹਾਂ ਨੂੰ ਅਸੀਂ ਇੱਕ ਗਰੰਟੀ ਵਜੋਂ ਲੈਂਦੇ ਹਾਂ। ਜੱਜ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੇ ਵਾਈਟ ਹਾਊਸ ਦਾ ਰਿਕਾਰਡ ਜਾਂਚ ਕਮੇਟੀ ਨੂੰ ਦੇਣ ਵਿਰੁੱਧ ਕੋਈ ਕਾਨੂੰਨ ਕਾਰਨ ਨਹੀਂ ਦੱਸਿਆ। ਇਸੇ ਦੌਰਾਨ ਸੂਤਰਾਂ ਨੇ ਦੱਸਿਆ ਕਿ ਵਾਈਟ ਹਾਊਸ ਸਟਾਫ ਦੇ ਸਾਬਕਾ ਮੁਖੀ ਮਾਰਕ ਮਿਡੂਆਸ ਵੱਲੋਂ ਸਦਨ ਦੀ ਕਮੇਟੀ ਨੂੰ ਸੌਂਪੇ ਸੰਦੇਸ਼ ਤੇ ਹੀ ਮੇਲਾਂ ਤੋਂ ਪਤਾ ਲੱਗਾ ਹੈ ਕਿ 6 ਜਨਵਰੀ ਦੀ ਘਟਨਾ ਸਮੇਂ ਸਾਬਕਾ ਰਾਸ਼ਟਰਪਤੀ ਬਹੁਤ ਸਾਰੇ ਲੋਕਾਂ ਨਾਲ ਵਿਅਕਤੀਗਤ ਤੌਰ ਤੇ ਸੰਪਰਕ ਵਿੱਚ ਸਨ। ਦੱਖਣੀ ਮੈਕਸੀਕੋ ਵਿੱਚ ਇੱਕ ਹਾਈਵੇ ਤੇ ਬਣੇ ਪੈਦਲ ਲੰਘਣ ਵਾਲੇ ਲੋਹੇ ਦੇ ਪੁਲ ਨਾਲ ਇੱਕ ਟਰੱਕ ਦੀ ਟੱਕਰ ਕਾਰਨ 54 ਲੋਕਾਂ ਦੀ ਮੌਤ ਹੋ ਗਈ ਅਤੇ ਤਕਰੀਬਨ 100 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੈਕਸੀਕੋ ਦੇ ਟਕਸਟਾਲਾ ਗੁਟੇਰੇਜ਼ ਵਿਖੇ ਇਹ ਭਿਆਨਕ ਹਾਦਸਾ ਹੋਇਆ। ਚਿਆਪਾਸ ਰਾਜ ਦੇ ਸਿਵਲ ਡਿਫੈਂਸ ਦਫ਼ਤਰ ਦੇ ਮੁਖੀ ਲੂਇਸ ਮੈਨੂਅਲ ਮੋਰੇਨ ਨੇ ਦੱਸਿਆ ਕਿ ਇਸ ਟਰੱਕ ਵਿੱਚ 200 ਦੇ ਕਰੀਬ ਲੋਕ ਸਵਾਰ ਸਨ ਤੇ ਚਾਰੇ ਪਾਸੇ ਤੋਂ ਬੰਦ ਟਰੱਕ ਸੀ ਜਿਸ ਵਿੱਚ ਇਹ ਲੋਕ ਸਵਾਰ ਸਨ। ਉਹਨਾਂ ਨੇ ਕਿਹਾ ਕਿ ਮਨੁੱਖੀ ਤਸਕਰੀ ਦਾ ਮਾਮਲਾ ਲੱਗ ਰਿਹਾ ਹੈ ਕਿਉਂਕਿ ਬਚੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਮੱਧ ਅਮਰੀਕਾ ਤੋਂ ਆਏ ਹਨ ਅਤੇ ਗੁਆਟੇਮਾਲਾ ਦੀ ਸਰਹੱਦ ਦੇ ਨੇੜੇ ਮੈਕਸੀਕੋ ਵਿੱਚ ਇਹ ਟਰੱਕ ਵਿੱਚ ਸਵਾਰ ਹੋ ਕੇ ਮੈਕਸੀਕੋ ਦੇ ਕੇਂਦਰੀ ਰਾਜ ਪੁਏਵਾਲਾ ਵਿੱਚ ਜਾਣਾ ਸੀ ਅਤੇ ਅੱਗੋਂ ਉਹਨਾਂ ਨੂੰ ਅਮਰੀਕਾ ਦੇ ਬਾਰਡਰ ਤੇ ਲਿਜਾ ਕੇ ਛੱਡਣਾ ਸੀ। ਇਹਨਾਂ ਸਾਰੇ ਲੋਕਾਂ ਨੇ ਏਜੰਟਾਂ ਨੂੰ 2500 ਤੋਂ ਲੈ ਕੇ 3500 ਤੱਕ US$ ਦਿੱਤੇ ਸਨ। ਇਹਨਾਂ ਵਿੱਚ ਔਰਤਾਂ ਤੇ ਮਰਦ ਵੀ ਸ਼ਾਮਲ ਸਨ। ਮੋਰੇਨ ਨੇ ਕਿਹਾ ਕਿ ਜਦੋਂ ਇਹ ਹਾਦਸਾ ਹੋਇਆ ਤਾਂ ਕਈ ਜ਼ਖਮੀ ਲੋਕ ਇੱਧਰ ਉੱਧਰ ਵੀ ਭੱਜ ਗਏ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਉੱਥੇ ਇਮੀਗ੍ਰੇਸ਼ਨ ਵਿਭਾਗ ਵਾਲੇ ਉਹਨਾਂ ਨੂੰ ਫੜ ਨਾ ਲੈਣ। ਉਹਨਾਂ ਨੇ ਕਿਹਾ ਕਿ ਅਸਲ ਵਿੱਚ ਇਹ ਟਰੱਕ ਸਮਾਨ ਦੀ ਢੋਆ ਢੁਆਈ ਲਈ ਵਰਤਿਆ ਜਾਂਦਾ ਹੈ ਅਤੇ ਇਹ ਪੂਰੀ ਤਰ੍ਹਾਂ ਬੰਦ ਹੁੰਦਾ ਹੈ, ਪਰ ਇਸ ਵਿੱਚ ਮਨੁੱਖੀ ਤਸਕਰੀ ਕੀਤੀ ਜਾ ਰਹੀ ਸੀ। ਟਰੱਕ ਦੇ ਡਰਾਈਵਰ ਦੀ ਗਲਤੀ ਕਾਰਨ ਇਹ ਵੱਡਾ ਹਾਦਸਾ ਹੋ ਗਿਆ। ਜਦੋਂ ਟੱਕਰ ਹੋਈ ਤਾਂ ਟਰੱਕ ਦਾ ਪਿਛਲਾ ਦਰਵਾਜ਼ਾ ਖੁੱਲ ਗਿਆ, ਜਿਸ ਕਾਰਨ ਲੋਕ ਬਾਹਰ ਹੇਠਾਂ ਡਿੱਗ ਗਏ। ਟਰੱਕ ਡਰਾਈਵਰ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਲੋਕਤੰਤਰ ਬਾਰੇ 2 ਦਿਨੀ ਡਿਜੀਟਲ ਸਿਖਰ ਸੰਮੇਲਨ ਦੀ ਸਮਾਪਤੀ ਚੁਣਾਵੀ ਇਮਾਨਦਾਰੀ ਦੇ ਮਹੱਤਵ ਤੇ ਰੌਸ਼ਨੀ ਪਾਉਂਦਿਆਂ ਤਾਨਾਸ਼ਾਹੀ ਹਕੂਮਤਾਂ ਦਾ ਮੁਕਾਬਲਾ ਕਰਨ ਅਤੇ ਆਜ਼ਾਦ ਮੀਡੀਆ ਨੂੰ ਮਜ਼ਬੂਤ ਬਣਾਉਣ ਦੇ ਅਹਿਦ ਨਾਲ ਕੀਤਾ। ਸਿਖਰ ਸੰਮੇਲਨ ਦੇ ਪਹਿਲੇ ਦਿਨ ਬਾਈਡਨ ਨੇ ਆਜ਼ਾਦ ਮੀਡੀਆ, ਭ੍ਰਿਸ਼ਟਾਚਾਰ ਵਿਰੋਧੀ ਕੰਮਾਂ ਅਤੇ ਹੋਰਾਂ ਦੀ ਹਮਾਇਤ ਕਰਨ ਲਈ ਦੁਨੀਆ ਭਰ ਵਿੱਚ $42.4 ਕਰੋੜ ਤੱਕ ਖਰਚ ਕਰਨ ਦੀ ਅਮਰੀਕੀ ਯੋਜਨਾ ਦਾ ਐਲਾਨ ਕੀਤਾ ਸੀ। ਉਹਨਾਂ ਦੁਨੀਆ ਭਰ ਵਿੱਚ ਲੋਕਤੰਤਰ ਨੂੰ ਦਰਪੇਸ਼ ਚੁਣੌਤੀਆਂ ਵਾਲੇ ਹਾਲਾਤ ਨਾਲ ਸਿੱਝਣ ਲਈ ਆਲਮੀ ਆਗੂਆਂ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਹਨਾਂ ਚੀਨ ਅਤੇ ਰੂਸ ਦਾ ਨਾਮ ਲਏ ਬਿਨਾਂ ਬਾਰ-ਬਾਰ ਇਹ ਆਖਿਆ ਕਿ ਅਮਰੀਕਾ ਅਤੇ ਹਮਖਿਆਲ ਵਿਚਾਰਧਾਰਾ ਵਾਲੇ ਸਾਥੀਆਂ ਨੂੰ ਦੁਨੀਆ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਲੋਕਤੰਤਰ ਤਾਨਾਸ਼ਾਹੀ ਦੇ ਮੁਕਾਬਲੇ ਵਿੱਚ ਸਮਾਜ ਲਈ ਬਿਹਤਰ ਸਾਧਨ ਹੈ। ਵੀਰਵਾਰ ਨੂੰ ਸ਼ੁਰੂ ਹੋਏ ਸੰਮੇਲਨ ਦੀ ਅਮਰੀਕਾ ਦੇ ਮੁੱਖ ਵਿਰੋਧੀਆਂ ਤੇ ਹੋਰ ਮੁਲਕਾਂ ਨੇ ਆਲੋਚਨਾ ਕੀਤੀ ਸੀ, ਜਿਨ੍ਹਾਂ ਨੂੰ ਇਸ ਵਿੱਚ ਸ਼ਮੂਲੀਅਤ ਦਾ ਸੱਦਾ ਨਹੀਂ ਦਿੱਤਾ ਗਿਆ। ਸਿਖਰ ਸੰਮੇਲਨ ਦੌਰਾਨ ਕਈ ਆਗੂਆਂ ਨੇ ਲੋਕਤੰਤਰ ਦੇ ਹਾਲਾਤ ਬਾਰੇ ਆਪਣੇ ਬਿਆਨ ਦਿੱਤੇ। ਸਿਖਰ ਸੰਮੇਲਨ ਇਹ ਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਯੂਕਰੇਨ ਸਰਹੱਦ ਤੇ ਰੂਸ ਨੇ ਵੱਡੇ ਪੱਧਰ ਤੇ ਫੌਜ ਦੀ ਤਾਇਨਾਤੀ ਕੀਤੀ ਹੋਈ ਹੈ ਅਤੇ ਬਾਈਡਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਫੌਜ ਨੂੰ ਪਿੱਛੇ ਹਟਾਉਣ ਲਈ ਦਬਾਅ ਬਣਾ ਰਹੇ ਨੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਟਵਿੱਟਰ ਤੇ ਕਿਹਾ ਕਿ ਲੋਕਤੰਤਰ ਮਿਲਦਾ ਨਹੀਂ ਹੈ, ਸਗੋਂ ਇਸ ਨੂੰ ਹਾਸਲ ਕਰਨ ਲਈ ਲੜਨਾ ਪੈਂਦਾ ਹੈ।
ਕੋਰੋਨਾ ਮਹਾਮਾਰੀ ਦੌਰਾਨ ਰੱਦ ਹੋਈ ਉਡਾਣ ਦੀ ਟਿਕਟ ਦੇ ਪੈਸੇ ਰਿਫੰਡ ਨਾ ਕਰਨ ਦੇ ਮਾਮਲੇ ਵਿੱਚ 에ਅਰ ਕੈਨੇਡਾ ਨੂੰ ਪੰਜਾਬ ਵਿੱਚ ਜੁਰਮਾਨਾ ਲੱਗਣ ਦਾ ਮਾਮਲਾ ਸਾਹਮਣੇ ਆਇਆ। ਚੰਡੀਗੜ੍ਹ ਦੇ ਗੁਰੂ ਇਕਬਾਲ ਸਿੰਘ ਦੀ ਸ਼ਿਕਾਇਤ ਤੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਨੇ 에ਅਰ ਕੈਨੇਡਾ ਤੇ ਮੋਹਾਲੀ ਦੀ ਢਾਲੀਵਾਲ ਟਰੈਵਲ ਕੰਪਨੀ ਨੂੰ ਵਿਆਜ ਸਣੇ ਟਿਕਟ ਦੇ ਪੈਸੇ ਰਿਫੰਡ ਕਰਨ ਤੇ ਪੀੜਤ ਨੂੰ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਨੇ। ਚੰਡੀਗੜ੍ਹ ਦੇ ਗੁਰੂ ਇਕਬਾਲ ਸਿੰਘ ਨੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਸਨੇ ਮੋਹਾਲੀ ਦੀ ਢਾਲੀਵਾਲ ਟਰੈਵਲ ਫਰਮ ਰਾਹੀਂ 28 ਜਨਵਰੀ 2020 ਨੂੰ ਦਿੱਲੀ ਤੋਂ ਟੋਰਾਂਟੋ ਜਾਣ ਤੇ ਉੱਥੋਂ ਵਾਪਸੀ ਲਈ 에ਅਰ ਕੈਨੇਡਾ ਦੀ ਟਿਕਟ ਬੁੱਕ ਕਰਵਾਈ, ਪਰ ਕੋਰੋਨਾ ਮਹਾਮਾਰੀ ਫੈਲਣ ਕਾਰਨ ਲਾਕਡਾਊਨ ਲੱਗ ਗਿਆ ਤੇ ਕੌਮਾਂਤਰੀ ਉਡਾਣਾਂ ਵੀ ਰੱਦ ਹੋ ਗਈਆਂ, ਇਸ ਲਈ ਉਹ ਕੈਨੇਡਾ ਨਹੀਂ ਜਾ ਸਕਿਆ। ਗੁਰੂ ਇਕਬਾਲ ਸਿੰਘ ਨੇ ਦੋਸ਼ ਲਗਾਇਆ ਕਿ ਢਾਲੀਵਾਲ ਟਰੈਵਲ ਨੇ ਉਸ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਉਲਟ 27,800 ਰੁਪਏ ਕੈਂਸਲੇਸ਼ਨ ਅਤੇ ਸਰਵਿਸਿਜ਼ ਚਾਰਜ ਵਜੋਂ ਕੱਟ ਕੇ ਕੁਝ ਰਕਮ ਵਾਪਸ ਕਰ ਦਿੱਤੀ। ਇਸ ਫਰਮ ਨੇ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਉਸ ਨੂੰ ਕੱਟੀ ਗਈ ਰਕਮ ਵਾਪਸ ਨਹੀਂ ਕੀਤੀ। ਸਿੱਖ ਗੁਰੂ ਸਾਹਿਬਾਨ ਖਿਲਾਫ ਮੰਦੀ ਸ਼ਬਦਾਵਲੀ ਬੋਲਣ ਤੇ ਸਿੱਖ ਦੋਖੀ ਨੂੰ ਸੋਧਾ ਲਾਉਣ ਵਾਲੇ ਭਾਈ ਰਜਿੰਦਰ ਸਿੰਘ 34 ਸਾਲਾਂ ਦੀ ਲੰਬੀ ਕੈਦ ਕੱਟ ਕੇ ਇੰਗਲੈਂਡ ਦੀ ਜੇਲ੍ਹ ਵਿੱਚੋਂ ਰਿਹਾ ਹੋਣ ਉਪਰੰਤ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਨਤਮਸਤਕ ਹੋਏ। ਇਸ ਮੌਕੇ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਅਤੇ ਸਿੱਖ ਯੋਧਿਆਂ ਬਾਰੇ ਮੰਦੀ ਸ਼ਬਦਾਵਲੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਉਹਨਾਂ ਨੇ ਕਿਹਾ ਕਿ 34 ਸਾਲਾਂ ਪਹਿਲਾਂ ਗੁਰੂ ਸਾਹਿਬਾਨ ਬਾਰੇ ਮੰਦਾ ਬੋਲਣ ਵਾਲੇ ਪੰਥ ਦੋਖੀ ਨੂੰ ਸੋਧਾ ਲਾਉਣ ਵਾਲੇ ਭਾਈ ਰਜਿੰਦਰ ਸਿੰਘ ਨੂੰ ਲੰਬਾ ਸਮਾਂ ਇੰਗਲੈਂਡ ਦੀ ਜੇਲ੍ਹ ਵਿੱਚ ਰਹਿਣਾ ਪਿਆ, ਜੋ 34 ਸਾਲ ਦੇ ਸਮੇਂ ਬਾਅਦ ਰਿਹਾ ਹੋਏ ਨੇ। ਉਹਨਾਂ ਨੇ ਕਿਹਾ ਕਿ ਅਜਿਹੇ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਪੰਥ ਹਮੇਸ਼ਾ ਯਾਦ ਰੱਖਦਾ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਈ ਰਜਿੰਦਰ ਸਿੰਘ ਸਿੱਖ ਕੌਮ ਦਾ ਹੀਰਾ ਹੈ ਅਤੇ ਕੌਮ ਪ੍ਰਤੀ ਇਹਨਾਂ ਦੀ ਦੇਣ ਨਾ ਭੁੱਲਣਯੋਗ ਹੈ। ਉਹਨਾਂ ਨੇ ਕਿਹਾ ਕਿ ਭਾਈ ਰਜਿੰਦਰ ਸਿੰਘ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਜੇਲ੍ਹ ਵਿੱਚ ਗੁਜ਼ਾਰਿਆ ਹੈ, ਜੋ ਉਹਨਾਂ ਦੀ ਕੌਮ ਪ੍ਰਤੀ ਵੱਡੀ ਦੇਣ ਹੈ। ਕੈਨੇਡਾ ਅਮਰੀਕਾ ਤੋਂ ਪਾਰਸਲਾਂ ਰਾਹੀਂ ਕੋਕੀਨ ਸਣੇ ਵੱਡੀ ਪੱਧਰ ਤੇ ਨਸ਼ਾ ਭਾਰਤ ਭੇਜਿਆ ਜਾ ਰਿਹਾ ਸੀ। ਇਸ ਮਾਮਲੇ ਵਿੱਚ ਅਹਿਮਦਾਬਾਦ ਰੂਰਲ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਦੋਵੇਂ ਮੁਲਕਾਂ ਤੋਂ ਭਾਰਤ ਆਏ 186 ਪਾਰਸਲ ਜ਼ਬਤ ਕਰ ਲਏ ਨੇ ਅਤੇ ਵੰਡਤ ਪਟੇਲ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਅਹਿਮਦਾਬਾਦ ਰੂਰਲ ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਭੋਪਾਲ ਡਰੱਗ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਵੰਡਤ ਪਟੇਲ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਤੇ ਕੌਮਾਂਤਰੀ ਪੱਧਰ ਦੇ ਡਰੱਗ ਰੈਕੇਟ ਦਾ ਪਰਦਾਫਾਸ਼ ਹੋ ਗਿਆ। ਕਸਟਮ ਵਿਭਾਗ ਨੇ 186 ਪਾਰਸਲ ਜ਼ਬਤ ਕੀਤੇ ਨੇ, ਜਿਹੜੇ ਕਿ ਵੰਡਤ ਪਟੇਲ ਨੇ ਕੈਨੇਡਾ ਤੋਂ ਅਮਰੀਕਾ ਤੋਂ ਮੰਗਵਾਏ ਸਨ, ਜਿਨ੍ਹਾਂ ਨੂੰ ਇਹ ਸ਼ਖਸ ਆਪਣੇ ਸਾਥੀਆਂ ਰਾਹੀਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕਰਦਾ ਸੀ। ਇਹ ਨਸ਼ਾ ਅਹਿਮਦਾਬਾਦ, ਗਾਂਧੀਨਗਰ, ਸੂਰਤ, ਬੜੋਦਰਾ, ਬਾਪੀ, ਅਮਰੇਲੀ, ਰਾਜਕੋਟ, ਖੇੜਾ, ਮਹਿਸਾਣਾ, ਵਿਆਰਾ, ਬਲਸਾਦ ਤੱਕ ਪਹੁੰਚਾਇਆ ਜਾਂਦਾ ਸੀ, ਜਿੱਥੇ ਮੌਜੂਦ ਸਪਲਾਇਰ ਇਸ ਧੰਦੇ ਨਾਲ ਜੁੜੇ ਹੋਰ ਲੋਕਾਂ ਤੱਕ ਇਸ ਦੀ ਸਪਲਾਈ ਕਰਦੇ ਸਨ। ਇਸ ਤੋਂ ਇਲਾਵਾ ਵੰਡਤ ਪਟੇਲ ਡਰੱਗ ਨਾਲ ਭਰੇ ਇਹ ਪਾਰਸਲ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਤੇ ਚੀਨ ਦੇ ਸ਼ੰਘਾਈ ਵਿੱਚ ਰਹਿੰਦੇ ਆਪਣੇ ਦੋਸਤਾਂ ਕੋਲ ਵੀ ਭੇਜਦਾ ਸੀ। ਕੈਨੇਡਾ ਵਿੱਚ ਪੁਲਿਸ ਵੱਲੋਂ ਚਲਾਈ ਗਈ ਇੱਕ ਮੁਹਿੰਮ ਤਹਿਤ 112 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ। ਇਸ ਸੰਬੰਧ ਵਿੱਚ ਪੁਲਿਸ ਨੇ ਪੰਜਾਬੀ ਮੂਲ ਦੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਅਤੇ ਬ੍ਰੈਂਟਫੋਰਡ ਪੁਲਿਸ ਓਨਟਾਰੀਓ ਵੱਲੋਂ ਚਲਾਈ ਸਾਂਝੀ ਮੁਹਿੰਮ ਵਿੱਚ ਵੱਡੇ ਪੱਧਰ ਤੇ ਨਸ਼ੇ ਵੇਚਣ ਵਾਲਿਆਂ ਦੀ ਪੈੜ ਨੱਪਣ ਦੇ ਯਤਨ ਜਾਰੀ ਸਨ। ਇਸ ਤਰ੍ਹਾਂ ਹੀ ਬੀਤੇ ਦਿਨ ਬ੍ਰੈਂਟਫੋਰਡ ਪੁਲਿਸ ਓਨਟਾਰੀਓ ਨੇ ਕੈਨੇਡੀਅਨ ਬਾਰਡਰ ਅਧਿਕਾਰੀਆਂ ਦੇ ਸਹਿਯੋਗ ਨਾਲ ਕੁਝ ਵਿਅਕਤੀਆਂ ਦੀ ਪਛਾਣ ਕੀਤੀ ਗਈ ਸੀ, ਜੋ ਲਗਾਤਾਰ ਬ੍ਰੈਂਟਫੋਰਡ ਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਨਸ਼ਾ ਵੇਚ ਰਹੇ ਸਨ। ਕੈਨੇਡਾ ਦੇ ਵਿੰਡਸਰ ਬਾਰਡਰ ਤੇ ਲੰਘੀ 4 ਦਸੰਬਰ ਨੂੰ ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋਂ ਇੱਕ ਟਰੱਕ ਟ੍ਰੇਲਰ ਜੋ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਇਆ ਸੀ, ਉਸ ਦੀ ਚੈਕਿੰਗ ਦੌਰਾਨ ਉਸ ਵਿੱਚੋਂ 112 ਕਿਲੋ ਕੋਕੀਨ ਬਰਾਮਦ ਕੀਤੀ। ਇਹ ਟਰੱਕ ਟ੍ਰੇਲਰ ਮਿਲਟਨ ਦੀ ਇੱਕ ਕੰਪਨੀ ਨਾਲ ਸੰਬੰਧਿਤ ਹੈ। ਇਸ ਸੰਬੰਧ ਵਿੱਚ ਪੁਲਿਸ ਨੇ ਬ੍ਰੈਂਪਟਨ ਦੇ ਵਾਸੀ ਜੁਗਰਾਜਪ੍ਰੀਤ ਸਿੰਘ ਅਤੇ ਅਮਰਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਫੜੀ ਗਈ ਕੋਕੀਨ ਦੀ ਕੀਮਤ $12 ਮਿਲੀਅਨ ਦੇ ਕਰੀਬ ਦੱਸੀ ਜਾ ਰਹੀ ਹੈ। ਬ੍ਰੈਂਟਫੋਰਡ ਪੁਲਿਸ ਮੁਤਾਬਕ ਇਸ ਬਰਾਮਦਗੀ ਨਾਲ ਸੰਬੰਧਿਤ ਜੁੜੇ ਹੋਏ ਕਈ ਹੋਰਨਾਂ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਵੀ ਜਲਦੀ ਹੀ ਸਾਹਮਣੇ ਆ ਸਕਦੀਆਂ ਨੇ। ਆਸਟ੍ਰੇਲੀਆ ਦੀ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਯੂਰਪ ਵਿੱਚ ਡਿਜ਼ਾਈਨ ਕੀਤੇ ਤਾਈਪੈਨ ਹੈਲੀਕਾਪਟਰਾਂ ਦੀ ਵਰਤੋਂ ਕਰਨ ਦੀ ਬਜਾਏ ਅਮਰੀਕਾ ਦੇ ਬਣੇ ਬਲੈਕ ਹਾਕ ਅਤੇ ਸੀਹਾਕ ਹੈਲੀਕਾਪਟਰ ਖਰੀਦਣ ਦੀ ਯੋਜਨਾ ਬਣਾ ਰਹੀ ਹੈ, ਕਿਉਂਕਿ ਅਮਰੀਕੀ ਹੈਲੀਕਾਪਟਰ ਜ਼ਿਆਦਾ
ਭਰੋਸੇਮੰਦ ਨੇ। ਗੌਰਤਲਬ ਹੈ ਕਿ ਆਸਟ੍ਰੇਲੀਆ ਨੇ ਕਰੀਬ 3 ਮਹੀਨੇ ਪਹਿਲਾਂ ਫਰਾਂਸ ਤੋਂ ਪਣਡੁੱਬੀਆਂ ਖਰੀਦਣ ਦਾ ਆਪਣਾ ਸੌਦਾ ਰੱਦ ਕਰ ਦਿੱਤਾ ਸੀ, ਜਿਸ ਕਾਰਨ ਫਰਾਂਸ ਕਾਫੀ ਨਾਰਾਜ਼ ਸੀ। ਆਸਟ੍ਰੇਲੀਆ ਅਮਰੀਕਾ ਤੇ ਬ੍ਰਿਟਿਸ਼ ਤਕਨੀਕ ਵਾਲੀਆਂ ਪਰਮਾਣੂ ਪਣਡੁੱਬੀਆਂ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਆਸਟ੍ਰੇਲੀਆ ਕੋਲ ਏਅਰਬਸ ਦੁਆਰਾ ਡਿਜ਼ਾਈਨ ਕੀਤੇ ਗਏ 47 ਤਾਈਪੈਨ ਹੈਲੀਕਾਪਟਰ ਨੇ। ਇਹ ਹੈਲੀਕਾਪਟਰ 2037 ਤੱਕ ਸੇਵਾ ਵਿੱਚ ਰਹਿਣ ਵਾਲੇ ਸਨ। ਆਸਟ੍ਰੇਲੀਆ ਇਹਨਾਂ ਹੈਲੀਕਾਪਟਰਾਂ ਦੀ ਵਰਤੋਂ ਬੰਦ ਕਰ ਦੇਗਾ ਤੇ ਇੱਕ ਸਮੇਂ ਵਿੱਚ 40 ਲੌਕਹੀਡ ਮਾਰਟਿਨ ਹੈਲੀਕਾਪਟਰ ਖਰੀਦੇਗਾ, ਜਿਸ ਤੇ 7 ਅਰਬ ਆਸਟ੍ਰੇਲੀਆਈ ਡਾਲਰ ਖਰਚ ਹੋਣਗੇ। ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਆਸਟ੍ਰੇਲੀਆ ਆਪਣੀ ਰੱਖਿਆ ਸਮਰੱਥਾ ਨੂੰ ਬਿਹਤਰ ਬਣਾ ਰਿਹਾ ਹੈ ਅਤੇ ਚੰਗੀ ਭਾਈਵਾਲੀ ਵਿਕਸਿਤ ਕਰ ਰਿਹਾ ਹੈ, ਖਾਸ ਕਰਕੇ ਅਮਰੀਕਾ ਨਾਲ। ਮੌਰਿਸਨ ਨੇ ਕਿਹਾ ਕਿ ਤਾਇਪੈਨ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਰਹੇ ਸਨ। ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਸਿਰਫ ਇਹ ਯਕੀਨੀ ਬਣਾਉਣਾ ਚਾਹੁੰਦੇ ਸੀ ਕਿ ਸਾਡੀ ਫੌਜ ਕੋਲ ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵਧੀਆ ਉਪਕਰਣ ਹੋਣ ਅਤੇ ਬਲੈਕ ਹਾਕ ਇਸ ਲੋੜ ਨੂੰ ਪੂਰਾ ਕਰਦਾ ਹੈ। ਭਾਰਤੀ ਮੂਲ ਦੀ ਪ੍ਰੋਫੈਸਰ ਨੀਲੀ ਬੇਂਦਾਪੁਰੀ ਨੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਹਨਾਂ ਨੂੰ ਅਮਰੀਕਾ ਵਿੱਚ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦਾ ਪ੍ਰਧਾਨ ਚੁਣਿਆ ਗਿਆ। ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੀ ਤਰਫੋਂ ਇੱਕ ਬਿਆਨ ਦਿੰਦੇ ਹੋਏ ਕਿਹਾ ਗਿਆ ਕਿ ਪ੍ਰੋਫੈਸਰ ਨੀਲੀ ਬੇਂਦਾਪੁਰੀ ਨੂੰ ਪੇਨ ਸਟੇਟ ਬੋਰਡ ਆਫ ਟਰਸਟੀਜ਼ ਵੱਲੋਂ 9 ਦਸੰਬਰ ਨੂੰ ਪੇਨ ਸਟੇਟ ਦਾ ਅਗਲਾ ਪ੍ਰਧਾਨ ਚੁਣਿਆ ਗਿਆ। ਨੀਲੀ ਬੇਂਦਾਪੁਰੀ 2022 ਵਿੱਚ ਪੇਨ ਰਾਜ ਦੀ 9ਵੀਂ ਪ੍ਰਧਾਨ ਵਜੋਂ ਅਹੁਦਾ ਸੰਭਾਲੇਗੀ। ਇਹ ਅਹੁਦਾ ਸੰਭਾਲਦੇ ਹੀ ਨੀਲੀ ਬੇਂਦਾਪੁਰੀ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਤੇ ਭਾਰਤੀ ਮੂਲ ਦੀ ਪ੍ਰਧਾਨ ਬਣ ਇਤਿਹਾਸ ਰਚ ਦੇਗੀ। ਬੋਰਡ ਦੇ ਚੇਅਰਮੈਨ ਮੈਟ ਸ਼ੂਲਰ ਨੇ ਨੀਲੀ ਬੇਂਦਾਪੁਰੀ ਦੀ ਨਿਯੁਕਤੀ ਤੇ ਕਿਹਾ ਕਿ ਪੇਨ ਸਟੇਟ ਵਿੱਚ ਉਹਨਾਂ ਦਾ ਸਵਾਗਤ ਹੈ। ਉਹ ਇੱਕ ਗਤੀਸ਼ੀਲ ਅਤੇ ਨਵੀਨਤਾਕਾਰੀ ਨੇਤਾ ਨੇ, ਜਿਨ੍ਹਾਂ ਨੇ ਆਪਣਾ ਸਾਰਾ ਕਰੀਅਰ ਉੱਚ ਸਿੱਖਿਆ ਨੂੰ ਸਮਰਪਿਤ ਕੀਤਾ ਹੈ। ਇਸ ਦੇ ਨਾਲ ਹੀ ਨੀਲੀ ਬੇਂਦਾਪੁਰੀ ਨੇ ਇਸ ਅਹੁਦੇ ਲਈ ਚੁਣੇ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪੇਨ ਸਟੇਟ ਵਿਸ਼ਵ ਪੱਧਰੀ ਯੂਨੀਵਰਸਿਟੀ ਹੈ। ਮੈਂ ਪੇਨ ਸਟੇਟ ਕਮਿਊਨਿਟੀ ਅਤੇ ਟਰਸਟੀ ਬੋਰਡ ਦਾ ਧੰਨਵਾਦ ਕਰਦੀ ਹਾਂ। ਮੈਂ ਇਸ ਮੌਕੇ ਲਈ ਧੰਨਵਾਦੀ ਹਾਂ। ਪੇਨ ਸਟੇਟ ਨੂੰ ਹੋਰ ਉਚਾਈਆਂ ਤੇ ਲਿਜਾਣਾ ਮੇਰਾ ਟੀਚਾ ਹੋਵੇਗਾ। ਵਿਸ਼ਾਖਾਪਟਨਮ ਵਿੱਚ ਜਨਮੀ ਨੀਲੀ ਬੇਂਦਾਪੁਰੀ ਵਰਤਮਾਨ ਵਿੱਚ ਕੈਂਟਕੀ ਸਥਿਤ ਲੁਈਸਵਿਲੇ ਯੂਨੀਵਰਸਿਟੀ ਵਿੱਚ 18ਵੀਂ ਪ੍ਰਧਾਨ ਅਤੇ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੀ ਹੈ। ਉਹ ਸਾਲ 1996 ਵਿੱਚ ਭਾਰਤ ਤੋਂ ਅਮਰੀਕਾ ਆਈ ਸੀ ਅਤੇ ਉਦੋਂ ਤੋਂ ਇੱਥੇ ਹੀ ਰਹਿ ਰਹੀ ਹੈ। ਨੀਲੀ ਬੇਂਦਾਪੁਰੀ ਲਗਭਗ 3 ਦਹਾਕਿਆਂ ਤੋਂ ਸਿੱਖਿਆ ਜਗਤ ਨਾਲ ਜੁੜੀ ਹੋਈ ਹੈ ਅਤੇ ਕਈ ਅਹਿਮ ਅਹੁਦਿਆਂ ਤੇ ਸੇਵਾ ਨਿਭਾ ਚੁੱਕੀ ਹੈ। ਉਹਨਾਂ ਕੋਲ ਮਾਰਕੀਟਿੰਗ ਅਤੇ ਖਪਤਕਾਰ ਵਿਵਹਾਰ ਵਿੱਚ ਮਹਾਰਤ ਹੈ। ਸੰਯੁਕਤ ਮੁੱਖ ਰਾਸ਼ਟਰ ਐਂਟੋਨੀਓ ਗੁਟਰੇਸ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਸਲਾਹਕਾਰ ਕੈਥਰੀਨ ਰਸੇਲ ਨੂੰ ਸੰਯੁਕਤ ਰਾਸ਼ਟਰ ਬਾਲ ਕੋਸ਼ ਦਾ ਮੁੱਖ ਮੈਂਬਰ ਨਿਯੁਕਤ ਕੀਤਾ ਹੈ। ਰਸੇਲ ਵਾਈਟ ਹਾਊਸ ਆਫਿਸ ਆਫ ਪ੍ਰੈਜ਼ੀਡੈਂਸ਼ੀਅਲ ਪਰਸਨਲ ਦੇ ਪ੍ਰਮੁੱਖ ਅਤੇ 2013 ਤੋਂ 2017 ਤੱਕ ਉਹ ਔਰਤਾਂ ਦੇ ਆਲਮੀ ਦੂਤ ਦੇ ਲਈ ਵਿਦੇਸ਼ ਮੰਤਰਾਲੇ ਦੇ ਵਿਸ਼ੇਸ਼ ਰਾਜਦੂਤ ਵੀ ਰਹਿ ਚੁੱਕੀ ਹੈ। ਉਹ ਹੈਨਰੀਟਾ ਫੋਰ ਦੀ ਥਾਂ ਲਏਗੀ, ਜਿਸ ਨੇ ਪਰਿਵਾਰਕ ਸਿਹਤ ਮੁੱਦਿਆਂ ਕਾਰਨ ਜੁਲਾਈ ਵਿੱਚ ਅਸਤੀਫਾ ਦੇ ਦਿੱਤਾ ਸੀ। ਉਹ ਵਿਆਹੀ ਹੋਈ ਹੈ ਅਤੇ ਉਸਦੇ 4 ਬੱਚੇ ਨੇ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਡੁਜ਼ਾਰਿਕ ਨੇ ਯੂਨੀਸੇਫ ਦੇ ਕਾਰਜਕਾਰੀ ਬੋਰਡ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਰਸੇਲ ਦੀ ਸਕੱਤਰ ਜਨਰਲ ਵਜੋਂ ਨਿਯੁਕਤੀ ਦਾ ਐਲਾਨ ਕੀਤਾ ਹੈ। ਉਸਨੇ ਕਿਹਾ ਕਿ ਗੁਟਰੇਸ ਯੂਨੀਸੇਫ ਵਿਖੇ ਚਾਰਾਂ ਦੀ ਪ੍ਰੇਰਨਾਦਾਇਕ ਅਗਵਾਈ ਦੀ ਸ਼ਲਾਘਾ ਕਰਦੇ ਨੇ, ਖਾਸ ਤੌਰ ਤੇ ਕੋਵਿਡ-19 ਪ੍ਰਤੀ ਯੂਨੀਸੇਫ ਦੀ ਵਿਸ਼ਵ ਵਿਆਪੀ ਪ੍ਰਤੀਕਿਰਿਆ ਅਤੇ ਸਿੱਖਿਆ 'ਚ ਉਹਨਾਂ ਦੇ ਯਤਨਾਂ 'ਚ ਉਹਨਾਂ ਦੀ ਮੁੱਖ ਭੂਮਿਕਾ ਰਹੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਭਾਰਤ ਵੱਲੋਂ ਸ਼ੁਰੂ ਕੀਤੀ ਗਈ ਪਹਿਲ ਕਦਮੀ ਇੰਟਰਨੈਸ਼ਨਲ ਸੋਲਰ ਨੂੰ ਅਲਾਇੰਸ ਨੂੰ ਆਬਜ਼ਰਵਰ ਦਾ ਦਰਜਾ ਦਿੱਤਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ TM ਤ੍ਰਿਮੂਰਤੀ ਨੇ ਇਸ ਨੂੰ ਇਤਿਹਾਸਕ ਫੈਸਲਾ ਕਰਾਰ ਦਿੱਤਾ ਅਤੇ ਕਿਹਾ ਕਿ ISA ਸਕਾਰਾਤਮਕ ਗਲੋਬਲ ਜਲਵਾਯੂ ਕਾਰਵਾਈ ਦੀ ਇੱਕ ਉਦਾਹਰਣ ਬਣ ਗਿਆ ਹੈ। ਸ਼੍ਰੀ ਤ੍ਰਿਮੂਰਤੀ ਨੇ ਟਵੀਟ ਕੀਤਾ, ਅੰਤਰਰਾਸ਼ਟਰੀ ਸੋਲਰ ਅਲਾਇੰਸ ਨੂੰ ਆਬਜ਼ਰਵਰ ਦਾ ਦਰਜਾ ਦੇਣ ਲਈ ਸੰਯੁਕਤ ਰਾਸ਼ਟਰ ਮਹਾਸਭਾ ਦਾ ਫੈਸਲਾ ਇਤਿਹਾਸਕ ਹੈ। 6 ਸਾਲਾਂ ਵਿੱਚ ISA ਵਿਸ਼ਵ ਊਰਜਾ ਵਾਧਾ ਅਤੇ ਵਿਕਾਸ ਨੂੰ ਲਾਭ ਪਹੁੰਚਾਉਣ ਲਈ ਸਾਂਝੇਦਾਰੀ ਰਾਹੀਂ ਸਕਾਰਾਤਮਕ ਗਲੋਬਲ ਜਲਵਾਯੂ ਕਾਰਵਾਈ ਦੀ ਇੱਕ ਉਦਾਹਰਣ ਬਣ ਗਿਆ ਹੈ। ਸਾਰੇ ਮੈਂਬਰ ਦੇਸ਼ਾਂ ਦਾ ਧੰਨਵਾਦ। ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਅਤੇ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸਾਹਿਦ ਨੇ ISA ਨੂੰ ਆਬਜ਼ਰਵਰ ਦਾ ਦਰਜਾ ਦਿੱਤਾ ਜਾਣ ਲਈ ਵਧਾਈ ਦਿੱਤੀ ਹੈ। ਬ੍ਰਿਟੇਨ ਦੀ ਇੱਕ ਅਪੀਲ ਅਦਾਲਤ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ ਜੂਲੀਅਨ ਅਸਾਂਜੇ ਨੂੰ ਅਮਰੀਕਾ ਦੇ ਹਵਾਲੇ ਕੀਤੇ ਜਾਣ ਦਾ ਰਾਹ ਖੋਲ੍ਹ ਦਿੱਤਾ। ਹੇਠਲੀ ਅਦਾਲਤ ਨੇ ਵਿਕੀਲੀਕਸ ਦੇ ਸੰਸਥਾਪਕ ਦੀ ਮਾਨਸਿਕ ਸਿਹਤ ਦਾ ਹਵਾਲਾ ਦਿੰਦੇ ਹੋਏ ਹਵਾਲਗੀ ਦੀ ਅਮਰੀਕਾ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ। ਅਪੀਲੀ ਅਦਾਲਤ ਦੇ ਇਸ ਫੈਸਲੇ ਦੇ ਖਿਲਾਫ ਵੀ ਅਪੀਲ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਹੇਠਲੀ ਅਦਾਲਤ ਦੇ ਇੱਕ ਜੱਜ ਨੇ ਵਿਕੀਲੀਕਸ ਦੇ ਸੰਸਥਾਪਕ ਵਜੋਂ 1 ਦਹਾਕੇ ਪਹਿਲਾਂ ਗੁਪਤ ਮਿਲਟਰੀ ਦਸਤਾਵੇਜ਼ਾਂ ਦਾ ਪ੍ਰਕਾਸ਼ਨ ਕੀਤੇ ਜਾਣ ਦੇ ਮਾਮਲੇ ਵਿੱਚ ਜਾਸੂਸੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਸਾਂਜੇ ਦੀ ਅਮਰੀਕਾ ਹਵਾਲਗੀ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ। ਹੇਠਲੀ ਅਦਾਲਤ ਨੇ ਕਿਹਾ ਕਿ ਅਸਾਂਜੇ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ ਅਤੇ ਇਸ ਲਈ ਉਸ ਦੀ ਹਵਾਲਗੀ ਕਰਨਾ ਉਚਿਤ ਨਹੀਂ ਹੋਏਗਾ।
ਚੀਨ ਦੇ ਬੀਜਿੰਗ ਸਰਦ ਰੁੱਤ 올림픽 ਖੇਡਾਂ 2022 ਦੇ ਡਿਪਲੋਮੈਟਿਕ ਬਾਈਕਾਟ ਵਿੱਚ ਅਮਰੀਕਾ ਦਾ ਸਾਥ ਦੇਣ ਦੇ ਕੈਨੇਡਾ ਅਤੇ ਬ੍ਰਿਟੇਨ ਦੇ ਫੈਸਲੇ ਨੂੰ ਤਮਾਸ਼ਾ ਕਹਿ ਕੇ ਰੱਦ ਕਰ ਦਿੱਤਾ ਗਿਆ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਬਿਨਬਿਨ ਨੇ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਚੀਨ ਇਹਨਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਗੈਰ ਮੌਜੂਦਗੀ ਤੇ ਹੋਣ ਵਾਲੀਆਂ ਪ੍ਰਤੀਕਿਰਿਆਵਾਂ ਨੂੰ ਲੈ ਕੇ ਵੀ ਪਰੇਸ਼ਾਨ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਰਦ ਰੁੱਤ 올림픽 ਦੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈਣ ਲਈ ਕਈ ਰਾਜਾਂ ਦੇ ਮੁਖੀਆਂ, ਚੋਟੀ ਦੇ ਨੇਤਾਵਾਂ ਤੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ। ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਨੇ ਕਿਹਾ ਕਿ ਚੀਨ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਵਿਰੋਧ ਵਿੱਚ ਉਹ 4 ਤੋਂ 20 ਫਰਵਰੀ ਦਰਮਿਆਨ ਹੋਣ ਵਾਲੀਆਂ ਸਰਦ ਰੁੱਤ ਖੇਡਾਂ ਵਿੱਚ ਆਪਣੇ ਸਰਕਾਰੀ ਪ੍ਰਤੀਨਿਧੀ ਨਹੀਂ ਭੇਜਣਗੇ, ਜਦੋਂ ਕਿ ਨਿਊਜ਼ੀਲੈਂਡ ਪਹਿਲਾਂ ਹੀ ਚੀਨ ਨੂੰ ਸੂਚਿਤ ਕਰ ਚੁੱਕਾ ਸੀ ਕਿ ਮਹਾਮਾਰੀ ਨਾਲ ਜੁੜੀਆਂ ਯਾਤਰਾ ਪਾਬੰਦੀਆਂ ਨੂੰ ਦੇਖਦੇ ਹੋਏ ਉਹ ਆਪਣੇ ਕਿਸੇ ਅਧਿਕਾਰੀ ਨੂੰ ਨਹੀਂ ਭੇਜੇਗਾ। ਉਸਨੇ ਹਾਲਾਂਕਿ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਚਿੰਤਾਵਾਂ ਨੂੰ ਵੀ ਜ਼ਾਹਿਰ ਕੀਤਾ ਸੀ। ਡਿਪਲੋਮੈਟਿਕ ਬਾਈਕਾਟ ਦੇ ਅਧੀਨ ਸਿਰਫ ਸਰਕਾਰੀ ਅਧਿਕਾਰੀ ਖੇਡਾਂ ਨਾਲ ਜੁੜੇ ਪ੍ਰੋਗਰਾਮਾਂ ਵਿੱਚ ਹਿੱਸਾ ਨਹੀਂ ਲੈਂਦੇ ਨੇ ਅਤੇ ਦੇਸ਼ ਵਿੱਚ ਆਪਣੀ ਟੀਮ ਨੂੰ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਭੇਜਦੇ ਨੇ। ਵਾਂਗ ਨੇ ਕਿਹਾ ਕਿ ਉਹਨਾਂ ਦਾ ਦੇਸ਼ ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਨੂੰ ਸੱਦਾ ਨਹੀਂ ਭੇਜੇਗਾ। ਉਹਨਾਂ ਨੇ ਕਿਹਾ ਉਹਨਾਂ ਦੇ ਅਧਿਕਾਰੀ ਆ ਰਹੇ ਨੇ ਜਾਂ ਨਹੀਂ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਅਫਗਾਨਿਸਤਾਨ ਵਿੱਚ ਜੋ ਹਾਲਾਤ ਬਣੇ ਹੋਏ ਹਨ, ਹਰ ਕਿਸੇ ਨੂੰ ਆਪਣੀ ਜਾਨ ਦੀ ਫਿਕਰ ਸਤਾ ਰਹੀ ਹੈ। ਅਜਿਹੇ ਵਿੱਚ ਜਿੱਥੇ ਵੱਖ-ਵੱਖ ਮੁਲਕਾਂ ਨੇ ਅਫਗਾਨਿਸਤਾਨ ਤੋਂ ਰਿਫਿਊਜੀਆਂ ਨੂੰ ਆਪਣੇ ਮੁਲਕ ਵਿੱਚ ਪਨਾਹ ਦੇਣ ਦਾ ਐਲਾਨ ਕੀਤਾ ਸੀ, ਤਾਂ ਉੱਥੇ ਹੀ ਭਾਰਤ ਨੇ ਵੀ ਅਫਗਾਨਿਸਤਾਨ ਵਿੱਚ ਬਸੇ ਹਿੰਦੂ ਅਤੇ ਸਿੱਖ ਭਾਈਚਾਰੇ ਲਈ ਬਾਹਾਂ ਖੋਲੀਆਂ ਅਤੇ ਅਫਗਾਨਿਸਤਾਨ ਤੋਂ ਇੱਕ ਹੋਰ ਫਲਾਈਟ ਸਿੱਖ ਅਤੇ ਹਿੰਦੂ ਭਾਈਚਾਰੇ ਨੂੰ ਭਾਰਤ ਲੈ ਕੇ ਆਈ। ਇੰਡੀਅਨ 에ਅਰ ਫੋਰਸ ਅਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵੱਲੋਂ ਮਿਲ ਕੇ ਆਪਰੇਸ਼ਨ ਦੇਵੀ ਸ਼ਕਤੀ ਚਲਾਇਆ ਗਿਆ ਹੈ, ਜਿਸ ਤਹਿਤ 110 ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਅਫਗਾਨਿਸਤਾਨ ਤੋਂ ਸਹੀ ਸਲਾਮਤ ਕੱਢਿਆ ਗਿਆ ਅਤੇ ਭਾਰਤ ਲਿਆਂਦਾ ਗਿਆ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਲਿਆਂਦਾ ਗਿਆ। ਮਨਜਿੰਦਰ ਸਿਰਸਾ ਨੇ ਇਸ ਗੱਲ ਦਾ ਦੱਸਿਆ ਕਿ ਕਾਬੁਲ ਤੋਂ ਨਵੀਂ ਦਿੱਲੀ ਲਈ ਇੱਕ ਸਪੈਸ਼ਲ ਫਲਾਈਟ ਰਾਹੀਂ ਇਹਨਾਂ ਨੂੰ ਲਿਆਂਦਾ ਗਿਆ। ਇਹਨਾਂ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਫਿਲਹਾਲ ਠਹਿਰਾਇਆ ਜਾਏਗਾ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਕਿ ਉਹਨਾਂ ਨੇ ਅਜਿਹੇ ਹਾਲਾਤਾਂ ਵਿੱਚ ਸਿੱਖਾਂ ਨੂੰ ਸਹੀ ਸਲਾਮਤ ਭਾਰਤ ਲਿਆਉਣ ਵਿੱਚ ਆਪਣੇ ਯਤਨ ਪਾਏ। ਇਸ ਦੇ ਨਾਲ ਹੀ ਬੀਜੇਪੀ ਨੇਤਾ ਤਜਿੰਦਰਪਾਲ ਸਿੰਘ ਬੱਗਾ ਨੇ ਟਵੀਟ ਕਰਕੇ ਸਿੱਖਾਂ ਦੇ ਅਫਗਾਨਿਸਤਾਨ ਤੋਂ ਭਾਰਤ ਆਉਣ ਦੀ ਪੁਸ਼ਟੀ ਕੀਤੀ ਹੈ ਤੇ ਨਾਲ ਹੀ ਦੱਸਿਆ ਕਿ ਸਿੱਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸਰੂਪ ਨਾਲ ਲਿਆਏ ਹਨ। ਦੱਸ ਦਈਏ ਕਿ 110 ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ 10 ਦਸੰਬਰ ਨੂੰ ਦਿੱਲੀ ਪਹੁੰਚੇ। ਸਿਰਸਾ ਨੇ ਇੱਕ ਲਿੰਕ ਸ਼ੇਅਰ ਕੀਤਾ ਹੈ ਜਿਸ ਵਿੱਚ ਸਿੱਖ ਪੂਰੀ ਮਰਿਆਦਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਹਾਜ਼ 'ਚ ਦਾਖਲ ਹੁੰਦੇ ਹਨ। ਆਪਣੀ ਕੰਪਨੀ ਦੇ 900 ਕਰਮਚਾਰੀਆਂ ਨੂੰ ਇੱਕੋ ਵੇਲੇ ਨੌਕਰੀ ਤੋਂ ਕੱਢਣ ਵਾਲਾ CEO ਰਾਤੋਂ-ਰਾਤ ਕਾਫੀ ਸੁਰਖੀਆਂ ਵਿੱਚ ਆਇਆ ਸੀ ਅਤੇ ਹਰ ਥਾਂ ਉਹਨਾਂ ਦੀ ਕਾਫੀ ਜ਼ਿਆਦਾ ਆਲੋਚਨਾ ਹੋਈ ਸੀ, ਜਿਸ ਤੋਂ ਬਾਅਦ ਆਖਰ ਇਸ ਭਾਰਤੀ ਮੂਲ ਦੇ CEO ਵਿਸ਼ਾਲ ਗਰਗ ਨੂੰ ਆਪਣੇ ਫੈਸਲੇ ਤੇ ਮੁਆਫੀ ਮੰਗਣੀ ਪਈ। ਅਮਰੀਕਾ ਦੀ ਇੱਕ ਕੰਪਨੀ ਦੇ CEO ਨੇ ਕੁਝ ਦਿਨ ਪਹਿਲਾਂ ਮਹਿਜ਼ 3 ਮਿੰਟ ਦੀ ਜ਼ੂਮ ਕਾਲ ਤੇ ਕੰਪਨੀ ਨੇ 900 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਇੱਕੋ ਵੇਲੇ ਇੰਨੇ ਕਰਮਚਾਰੀਆਂ ਨੂੰ ਕੱਢਣ ਦਾ ਇਹ ਮਾਮਲਾ ਕਾਫੀ ਸੁਰਖੀਆਂ 'ਚ ਹੈ। ਕੰਪਨੀ ਨੂੰ ਭਾਰਤੀ ਮੂਲ ਦੇ CEO ਵਿਸ਼ਾਲ ਗਰਗ ਦੀ ਕਾਫੀ ਆਲੋਚਨਾ ਹੋ ਰਹੀ ਹੈ ਅਤੇ ਉਸਦੀ ਇਸ ਹਰਕਤ ਤੇ ਲੋਕ ਗੁੱਸਾ ਕੱਢ ਰਹੇ ਨੇ। ਉੱਥੇ ਹੀ CEO ਵਿਸ਼ਾਲ ਗਰਗ ਨੇ ਇਸ ਮੁੱਦੇ ਤੇ ਆਪਣੀ ਸਫਾਈ ਦਿੰਦੇ ਹੋਏ ਖੁਦ ਸਾਹਮਣੇ ਆਏ ਨੇ। ਵਿਸ਼ਾਲ ਨੇ ਇੱਕੋ ਵੇਲੇ 900 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਤੇ ਮੁਆਫੀ ਮੰਗੀ ਹੈ। ਵਿਸ਼ਾਲ ਨੇ ਇੱਕ ਚਿੱਠੀ ਲਿਖ ਕੇ ਕਰਮਚਾਰੀਆਂ ਤੋਂ ਮਾਫੀ ਮੰਗੀ ਤੇ ਕਿਹਾ ਕਿ ਉਹ ਮੰਨਦੇ ਨੇ ਕਿ ਇਹ ਤਰੀਕਾ ਸਹੀ ਨਹੀਂ ਸੀ। ਅਮਰੀਕੀ ਕੰਪਨੀ ਬੈਟਰਕਾਮ ਦੇ CEO ਵਿਸ਼ਾਲ ਗਰਗ ਨੇ ਜ਼ੂਮ ਕਾਲ ਤੇ 900 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਆਪਣੇ ਫੈਸਲੇ ਤੇ ਪਛਤਾਵਾ ਜਤਾਇਆ। ਵਿਸ਼ਾਲ ਨੇ ਕਰਮਚਾਰੀਆਂ ਨੂੰ ਪੱਤਰ ਲਿਖ ਕੇ ਕਿਹਾ ਕਿ ਉਹਨਾਂ ਦਾ ਤਰੀਕਾ ਗਲਤ ਸੀ ਅਤੇ ਉਹਨਾਂ ਤੋਂ ਵੱਡੀ ਗਲਤੀ ਹੋ ਗਈ ਹੈ। ਉਹਨਾਂ ਨੇ ਕਰਮਚਾਰੀਆਂ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਕਿ ਮੈਂ ਉਹਨਾਂ ਲੀਜ਼ਾਂ ਦੇ ਪ੍ਰਤੀ ਪੂਰੀ ਇੱਜ਼ਤ ਅਤੇ ਸ਼ੁਕਰਾਨਾ ਜ਼ਾਹਿਰ ਕਰਨ ਵਿੱਚ ਅਸਫਲ ਹੋਇਆ ਹਾਂ ਜਿਨ੍ਹਾਂ ਨੇ ਕੰਪਨੀ ਦੇ ਵਿਕਾਸ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹਾਲਾਂਕਿ ਉਹ ਕਰਮਚਾਰੀਆਂ ਨੂੰ ਕੱਢਣ ਦੇ ਆਪਣੇ ਫੈਸਲੇ ਤੇ ਅਜੇ ਵੀ ਕਾਇਮ ਨੇ। ਉਹਨਾਂ ਨੇ ਕਿਹਾ ਕਿ ਮੈਂ ਇਸ ਫੈਸਲੇ ਨੂੰ ਜਿਸ ਤਰੀਕੇ ਨਾਲ ਲਾਗੂ ਕੀਤਾ ਉਹ ਗਲਤ ਸੀ। ਅਜਿਹਾ ਕਰਕੇ ਮੈਂ ਤੁਹਾਨੂੰ ਸਭ ਨੂੰ ਸ਼ਰਮਿੰਦਾ ਕੀਤਾ। ਉਹਨਾਂ ਨੇ ਕਿਹਾ ਕਿ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਜਿਸ ਤਰੀਕੇ ਨਾਲ ਮੈਂ ਉਹਨਾਂ ਨੂੰ ਬਰਖਾਸਤ ਕਰਨ ਦੀ ਜਾਣਕਾਰੀ ਦਿੱਤੀ ਹੈ ਇਹ ਸਹੀ ਨਹੀਂ ਸੀ। ਇਸ ਨਾਲ ਹਾਲਾਤ ਹੋਰ ਵਿਗੜੇ ਨੇ। ਅਸਲ ਦੇ ਵਿੱਚ ਵਿਸ਼ਾਲ ਗਰਗ ਪਿਛਲੇ ਹਫਤੇ ਕੰਪਨੀ ਦੇ ਕਰਮਚਾਰੀਆਂ ਦੇ ਨਾਲ ਜ਼ੂਮ ਕਾਲ ਤੇ ਸੀ। ਉਦੋਂ ਹੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਤੁਸੀਂ ਇਸ ਕਾਲ ਤੇ ਹੋ ਤਾਂ ਤੁਸੀਂ ਬਦਕਿਸਮਤ ਲੋਕਾਂ ਚੋਂ ਹੋ ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ। ਅਮਰੀਕਾ ਵਿੱਚ ਇੱਕ ਮਹਿਲਾ ਨੇ ਮਾਂ ਦੀ ਮੌਤ ਦਾ ਰਾਜ਼ ਲੋਕਾਂ ਕੋਲੋਂ 6 ਮਹੀਨੇ ਤੱਕ ਲੁਕਾਈ ਰੱਖਿਆ। ਔਰਤ ਨੇ ਇਸ ਦੌਰਾਨ ਮਾਂ ਦੀ ਲਾਸ਼ ਨੂੰ ਆਪਣੇ ਬੈੱਡਰੂਮ ਵਿੱਚ ਲੁਕਾਇਆ ਸੀ। ਹਾਲਾਂਕਿ ਜਿਸ ਤਰ੍ਹਾਂ ਇਸ ਮਾਮਲੇ ਦਾ ਖੁਲਾਸਾ ਹੋਇਆ
ਉਹ ਵੀ ਹੈਰਾਨ ਕਰਨ ਵਾਲਾ ਹੈ। ਅਮਰੀਕਾ ਵਿੱਚ ਰਹਿ ਰਹੀ ਇਸ ਔਰਤ ਤੇ ਦੋਸ਼ ਹੈ ਕਿ ਉਸਨੇ ਆਪਣੀ ਮਾਂ ਦੀ ਮੌਤ ਦੀ ਖਬਰ ਕਿਸੇ ਨੂੰ ਨਹੀਂ ਦੱਸੀ। ਇਹ ਗੱਲ ਲੁਕਾਏ ਹੋਏ ਉਸਨੂੰ 6 ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਗਿਆ। ਜਦੋਂ ਇਹ ਰਾਜ਼ ਖੁੱਲਿਆ ਤਾਂ ਇਹ ਵਜ੍ਹਾ ਵੀ ਸਾਹਮਣੇ ਆਈ ਹੈ ਕਿ ਮਹਿਲਾ ਨੇ ਆਖਰਕਾਰ ਅਜਿਹਾ ਕਿਉਂ ਕੀਤਾ। ਆਖਰਕਾਰ ਜਦ ਇਸ ਗੱਲ ਦਾ ਖੁਲਾਸਾ ਹੋਇਆ ਤਾਂ ਇਹ ਕਾਰਨ ਵੀ ਸਾਹਮਣੇ ਆਇਆ ਕਿ ਔਰਤ ਨੇ ਅਜਿਹਾ ਕਿਉਂ ਕੀਤਾ ਹੈ। ਇਹ ਹੈਰਾਨ ਕਰਨ ਵਾਲੀ ਘਟਨਾ ਅਮਰੀਕਾ ਦੇ ਨਿਊ ਹੈਂਪਸ਼ਾਇਰ ਦੀ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਔਰਤ ਦਾ ਨਾਮ ਕਿਮਬਰਲੀ ਹਿਲਰ ਹੈ। ਉਸਨੇ ਮਾਂ ਦੀ ਮੌਤ ਤੋਂ ਬਾਅਦ ਉਸਦੀ ਲਾਸ਼ ਨੂੰ ਘਰ ਦੇ ਅੰਦਰ 6 ਮਹੀਨੇ ਤੱਕ ਲੁਕਾਈ ਰੱਖਿਆ। ਹਾਲਾਂਕਿ ਇਹ ਮਹਿਲਾ ਦੀ ਕੋਈ ਮਾਨਸਿਕ ਬਿਮਾਰੀ ਜਾਂ ਉਸ ਮਾਂ ਦੇ ਲਈ ਪਿਆਰ ਨਹੀਂ ਸੀ, ਬਲਕਿ ਇਸ ਵਿੱਚ ਉਸਦਾ ਪੈਸਿਆਂ ਪ੍ਰਤੀ ਲਾਲਚ ਸੀ। ਇਹ ਨਹੀਂ ਉਸਨੇ ਆਪਣੀ ਮਾਂ ਦੀ ਲਾਸ਼ ਘਰ ਵਿੱਚ ਲੁਕਾਈ ਰੱਖੀ, ਕਿਸੇ ਨੂੰ ਵੀ ਇਸ ਦੌਰਾਨ ਘਰ ਨਹੀਂ ਆਉਣ ਦਿੱਤਾ, ਸਿਰਫ ਤੇ ਸਿਰਫ ਪੈਸਿਆਂ ਕਰਕੇ। ਅਮਰੀਕਾ ਦੀ ਫੌਜ ਨੇ ਅਗਸਤ ਦੇ ਅੰਤ ਵਿੱਚ ਅਫਗਾਨਿਸਤਾਨ ਤੋਂ ਜਾਣ ਤੋਂ ਬਾਅਦ ਉੱਥੇ ਅੱਤਵਾਦੀ ਸਮੂਹ ਅਲ-ਕਾਇਦਾ ਦੇ ਅੱਤਵਾਦੀਆਂ ਦੀ ਗਿਣਤੀ ਥੋੜੀ ਵਧੀ ਹੈ। ਦੇਸ਼ ਦੇ ਨਵੇਂ ਤਾਲਿਬਾਨ ਨੇਤਾ ਇਸ ਗੱਲ ਤੇ ਵੰਡੇ ਹੋਏ ਨੇ ਕਿ ਸਮੂਹ ਨਾਲ ਸੰਬੰਧ ਤੋੜਨ ਸੰਬੰਧੀ 2022 ਵਿੱਚ ਕੀਤੇ ਗਏ ਸੰਕਲਪ ਨੂੰ ਪੂਰਾ ਕੀਤਾ ਜਾਵੇ ਜਾਂ ਨਾ। ਅਮਰੀਕਾ ਦੇ ਸਿਖਰਲੇ ਕਮਾਂਡਰ ਨੇ ਵੀਰਵਾਰ ਨੂੰ ਕਿਹਾ ਕਿ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਇਸ ਗੱਲ ਦਾ ਖਦਸ਼ਾ ਸੀ ਕਿ ਅਫਗਾਨਿਸਤਾਨ ਅੱਤਵਾਦੀਆਂ ਦੇ ਲਈ ਪਨਾਹਗਾਹ ਬਣਾ ਸਕਦਾ ਹੈ। ਯੂਐਸ ਸੈਂਟਰਲ ਕਮਾਂਡ ਦੇ ਮੁਖੀ ਮਰੀਨ ਜਨਰਲ ਫਰੈਂਕ ਕੇਂਜੀ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਤੇ ਖੂਫੀਆ ਏਜੰਸੀਆਂ ਦੇ ਚਲੇ ਜਾਣ ਨਾਲ ਅਫਗਾਨਿਸਤਾਨ ਦੇ ਅੰਦਰ ਅਲ-ਕਾਇਦਾ ਤੇ ਹੋਰ ਕੱਟੜਪੰਥੀ ਸਮੂਹਾਂ ਤੇ ਨਜ਼ਰ ਰੱਖਣਾ ਬਹੁਤ ਮੁਸ਼ਕਲ ਹੋ ਗਿਆ। ਉਹਨਾਂ ਨੇ ਕਿਹਾ ਕਿ ਅਸੀਂ ਸ਼ਾਇਦ ਉਹਨਾਂ ਸਮਰੱਥਾਵਾਂ ਦੇ ਕਰੀਬ 1 ਜਾਂ 2% ਤੇ ਹਾਂ ਜਿਨ੍ਹਾਂ ਜ਼ਰੀਏ ਅਸੀਂ ਅਫਗਾਨਿਸਤਾਨ 'ਚ ਹੋਣ ਵਾਲੀਆਂ ਸਰਗਰਮੀਆਂ ਦਾ ਪਤਾ ਲਗਾ ਸਕਦੇ ਸੀ। ਮੈਕੈਂਜੀ ਨੇ ਕਿਹਾ ਕਿ ਇਸ ਕਾਰਨ ਇਹ ਯਕੀਨੀ ਬਣਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਅਲ-ਕਾਇਦਾ ਤੇ ਇਸਲਾਮਿਕ ਸਟੇਟ ਅਫਗਾਨਿਸਤਾਨ 'ਚ ਰਹਿ ਕੇ ਅਮਰੀਕਾ ਲਈ ਖਤਰਾ ਪੈਦਾ ਕਰ ਸਕਦੇ ਹਨ ਜਾਂ ਨਹੀਂ। ਮੈਕੈਂਜੀ ਨੇ ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ 'ਚ ਕਿਹਾ ਕਿ ਸਪਸ਼ਟ ਹੈ ਕਿ ਅਲ-ਕਾਇਦਾ ਅਫਗਾਨਿਸਤਾਨ ਦੇ ਅੰਦਰ ਆਪਣੀ ਮੌਜੂਦਗੀ ਨੂੰ ਫਿਰ ਤੋਂ ਮਜ਼ਬੂਤ ਬਣਾਉਣ ਦਾ ਯਤਨ ਕਰ ਰਿਹਾ, ਜਿੱਥੇ ਉਸਨੇ 11 ਸਤੰਬਰ 2011 ਨੂੰ ਅਮਰੀਕਾ ਖਿਲਾਫ ਹਮਲਿਆਂ ਦੀ ਸਾਜ਼ਿਸ਼ ਰਚੀ ਸੀ। ਤਿੰਨੋਂ ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਕੁੰਡਲੀ ਤੇ ਸਿੰਘੂ ਬੈਰੀਅਰ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਜਥੇ ਪੰਜਾਬ ਪਰਤਣ ਲੱਗੇ ਨੇ। ਇਸ ਦੇ ਨਾਲ ਹੀ ਵੱਖ-ਵੱਖ ਟੋਲ ਪਲਾਜ਼ਾ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਸਾਰੇ ਟੋਲ ਪਲਾਜ਼ਾ 15 ਦਸੰਬਰ ਤੋਂ ਖੁੱਲ ਜਾਣਗੇ, ਜਿਨ੍ਹਾਂ ਵਿੱਚ ਵਧੀਆਂ ਹੋਈਆਂ ਦਰ ਲਾਗੂ ਹੋਣਗੀਆਂ। ਕਿਸਾਨ ਅੰਦੋਲਨ ਕਾਰਨ ਪੰਜਾਬ ਵਿੱਚ 1 ਸਾਲ ਤੋਂ ਵੀ ਵੱਧ ਸਮੇਂ ਤੋਂ 23 ਟੋਲ ਪਲਾਜ਼ਾ ਬੰਦ ਨੇ। ਇੱਥੇ ਦਿਨ ਰਾਤ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ। ਦਿੱਲੀ ਜਲੰਧਰ ਨੈਸ਼ਨਲ ਹਾਈਵੇ ਤੇ ਲੁਧਿਆਣਾ ਤੇ ਲਾਡੋਵਾਲ 'ਚ ਸਥਿਤ ਟੋਲ ਪਲਾਜ਼ਾ ਦੇ ਸੁਪਰਵਾਈਜ਼ਰ ਨੇ ਦੱਸਿਆ ਕਿ ਅਸੀਂ ਪੂਰੀ ਤਿਆਰੀ ਕਰ ਲਈ ਹੈ। ਪੁਰਾਣੀ ਸੜਕ ਨੂੰ ਉਖਾੜ ਕੇ ਦੁਬਾਰਾ ਬਣਾਇਆ ਜਾ ਰਿਹਾ, ਸਾਫ਼ ਸਫਾਈ ਕਰਵਾਈ ਜਾ ਰਹੀ ਹੈ। ਉੱਥੇ ਪਟਿਆਲਾ 'ਚ ਸ਼ੰਭੂ ਬੈਰੀਅਰ ਸਥਿਤ ਟੋਲ ਪਲਾਜ਼ਾ ਦੇ ਪ੍ਰਬੰਧਕੀ ਅਧਿਕਾਰੀ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਵਾਪਸ ਬੁਲਾਇਆ ਜਾਏਗਾ। ਇਸ ਨਾਲ ਸਥਾਨਕ ਨੌਜਵਾਨਾਂ ਨੂੰ ਮੁੜ ਤੋਂ ਰੁਜ਼ਗਾਰ ਮਿਲੇਗਾ। ਸਮਾਣਾ ਰੋਡ ਸਥਿਤ ਟੋਲ ਪਲਾਜ਼ਾ ਦੇ ਪ੍ਰਬੰਧਕ ਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਕੰਮ ਤੇ ਬੁਲਾਇਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਦਿੱਲੀ ਤੋਂ ਪਰਤੇ ਕਿਸਾਨਾਂ ਨੇ ਟੋਲ ਪਲਾਜ਼ਾ ਤੇ ਢੋਲ ਵਜਾ ਕੇ ਜਸ਼ਨ ਮਨਾਇਆ ਤੇ ਲੱਡੂ ਵੰਡੇ। ਪਠਾਨਕੋਟ ਦੇ ਟੋਲ ਪਲਾਜ਼ਾ ਦੇ ਡਿਪਟੀ ਪ੍ਰੋਜੈਕਟ ਮੈਨੇਜਰ ਨੇ ਦੱਸਿਆ ਕਿ ਸਾਰੇ ਵਾਹਨਾਂ ਨੂੰ ਜ਼ਰੂਰੀ ਤੌਰ ਤੇ ਫਾਸਟ ਟੈਗ ਲਗਵਾਉਣਾ ਪਏਗਾ। ਕਈ ਵਾਹਨ ਚਾਲਕਾਂ ਨੇ ਫਾਸਟ ਟੈਗ ਰਿਚਾਰਜ ਨਹੀਂ ਕਰਵਾਇਆ ਹੋਏਗਾ, ਪਰ ਬਿਨਾਂ ਫਾਸਟ ਟੈਗ ਟੋਲ ਪਲਾਜ਼ਾ ਪਾਰ ਕਰਨ ਤੇ 2 ਗੁਣਾ ਰਕਮ ਲਈ ਜਾਏਗੀ। ਇੱਥੇ 75 ਮੁਲਾਜ਼ਮਾਂ ਨੇ 28 ਸਿਕਿਉਰਿਟੀ ਗਾਰਡ ਸਨ। ਸਾਰਿਆਂ ਨੂੰ ਕੰਮ ਤੇ ਪਰਤਣ ਦਾ ਸੰਦੇਸ਼ ਭੇਜ ਦਿੱਤਾ ਹੈ। ਦੂਜੇ ਪਾਸੇ ਲੰਬੇ ਸਮੇਂ ਤੋਂ ਬੰਦ ਪਏ ਰਿਲਾਇੰਸ ਕੰਪਨੀ ਦੇ ਸਟੋਰ ਵੀ 15 ਦਸੰਬਰ ਤੋਂ ਖੁੱਲ ਸਕਦੇ ਨੇ। ਸੂਬੇ 'ਚ ਕਰੀਬ 150 ਤੋਂ ਵੱਧ ਸਟੋਰ ਕਿਸਾਨ ਅੰਦੋਲਨ ਕਾਰਨ ਬੰਦ ਪਏ ਨੇ। ਉੱਥੇ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਲੁਧਿਆਣਾ ਦੇ ਕਿਲ੍ਹਾ ਰਾਏਪੁਰ 'ਚ ਬੰਦ ਪਏ ਅਡਾਨੀ ਲੌਜਿਸਟਿਕ ਪਾਰਕ ਨੂੰ ਮੁੜ ਤੋਂ ਸ਼ੁਰੂ ਕਰਨ ਤੇ ਕੰਪਨੀ ਵਿਚਾਰ ਕਰ ਸਕਦੀ ਹੈ। ਅਜਿਹੇ 'ਚ ਪੁਰਾਣੇ ਮੁਲਾਜ਼ਮਾਂ ਨੂੰ ਦੁਬਾਰਾ ਕੰਮ ਮਿਲ ਸਕਦਾ ਹੈ। ਭਾਰਤ ਵੱਲੋਂ 10 ਭਾਰਤੀ ਨਾਗਰਿਕਾਂ ਸਣੇ 104 ਲੋਕਾਂ ਨੂੰ ਅਫਗਾਨਿਸਤਾਨ ਚੋਂ ਕੱਢਿਆ ਗਿਆ। ਇੱਕ ਵਿਸ਼ੇਸ਼ ਉਡਾਨ ਕਾਬੁਲ ਤੋਂ ਇਹਨਾਂ ਲੋਕਾਂ ਨੂੰ ਨਵੀਂ ਦਿੱਲੀ ਲੈ ਕੇ ਆਈ। ਉਡਾਨ ਵਿੱਚ ਕਾਬੁਲ ਦੇ ਇਤਿਹਾਸਕ ਆਸਾ ਮਾਈ ਮੰਦਿਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਸਰੂਪ ਅਤੇ ਹਿੰਦੂ ਧਰਮ ਦੇ 3 ਗ੍ਰੰਥ ਵੀ ਲਿਆਂਦੇ ਗਏ ਹਨ। ਵਿਦੇਸ਼ ਮੰਤਰਾਲਾ ਦੇ ਤਰਜਮਾਨ ਅਰਿੰਦਮ ਵਾਗਾਚੀ ਨੇ ਕਿਹਾ ਕਿ ਇਸ ਉਡਾਨ ਦਾ ਪ੍ਰਬੰਧ ਭਾਰਤ ਦੇ ਆਪਰੇਸ਼ਨ ਦੇਵੀ ਸ਼ਕਤੀ ਅਧੀਨ ਕੀਤਾ ਗਿਆ। 15 ਅਗਸਤ ਨੂੰ ਤਾਲਿਬਾਨ ਤੋਂ ਅਫਗਾਨਿਸਤਾਨ ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਇਹ ਆਪਰੇਸ਼ਨ ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਸ਼ੁਰੂ ਕੀਤਾ ਗਿਆ ਸੀ। ਵਾਗਾਚੀ ਨੇ ਟਵੀਟ ਕੀਤਾ, ਆਪਰੇਸ਼ਨ ਦੇਵੀ ਸ਼ਕਤੀ ਅਧੀਨ ਕਾਮ ਏਅਰ ਦੀ ਇੱਕ ਵਿਸ਼ੇਸ਼ ਉਡਾਨ ਦਾ ਪ੍ਰਬੰਧ ਭਾਰਤ ਵੱਲੋਂ ਕੀਤਾ ਗਿਆ ਅਤੇ ਇਹ ਉਡਾਨ ਕਾਬੁਲ ਤੋਂ ਨਵੀਂ ਦਿੱਲੀ ਪਹੁੰਚੀ। ਥਾਈਲੈਂਡ ਵਿੱਚ ਆਪਣੇ ਬੌਸ ਤੋਂ ਨਾਰਾਜ਼ ਇੱਕ ਮਹਿਲਾ ਕਰਮਚਾਰੀ ਨੇ ਤੇਲ ਦੇ ਗੋਦਾਮ ਨੂੰ ਉਡਾ ਦਿੱਤਾ, ਜਿਸ ਵਿੱਚ ਉਹ ਕੰਮ ਕਰਦੀ ਸੀ। ਉਸਨੇ ਕਥਿਤ ਤੌਰ ਤੇ ਇੱਕ ਕਾਗਜ਼ ਦੇ ਟੁਕੜੇ ਨੂੰ ਲਾਈਟਰ ਨਾਲ ਅੱਗ ਲਾ ਦਿੱਤੀ ਅਤੇ ਇਸ ਨੂੰ ਫਿਊਲ ਵਾਲੇ ਕੰਟੇਨਰ ਤੇ ਸੁੱਟ ਦਿੱਤਾ, ਜਿਸ ਨਾਲ ਪੈਪਕੌਰਨ ਆਇਲ ਦੇ ਗੋਦਾਮ ਵਿੱਚ ਅੱਗ ਲੱਗ ਗਈ। ਇਹ ਘਟਨਾ ਕਾਰਨ ਕੰਪਨੀ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ। ਇੱਕ ਰਿਪੋਰਟ ਮੁਤਾਬਕ 38 ਸਾਲਾ ਦੋਸ਼ੀ ਮਹਿਲਾ ਕਰਮਚਾਰੀ ਦਾ ਨਾਂ
ਐਨ ਸਰਿਆ ਹੈ। ਉਸਨੇ ਤੇਲ ਦੇ ਗੋਦਾਮ ਨੂੰ ਅੱਗ ਲਾ ਦਿੱਤੀ ਕਿਉਂਕਿ ਉਹ ਆਪਣੇ ਬੌਸ ਦੀ ਸ਼ਿਕਾਇਤ ਅਤੇ ਤਣਾਅ ਪੈਦਾ ਕਰਨ ਤੋਂ ਤੰਗ ਆ ਗਈ ਸੀ। ਅੱਗ ਦੀਆਂ ਲਪਟਾਂ ਦੇਖ ਕੇ ਇਲਾਕੇ 'ਚ ਭਗਦੜ ਮਚ ਗਈ। ਹਰ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਸੀ। ਫਾਇਰ ਬ੍ਰਿਗੇਡ ਦੀਆਂ 40 ਤੋਂ ਵੱਧ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਤੇ ਕਾਬੂ ਪਾਉਣ ਲਈ ਐਮਰਜੈਂਸੀ ਸੇਵਾਵਾਂ ਨੂੰ ਕਰੀਬ 4 ਘੰਟੇ ਲੱਗੇ। ਦੱਸਿਆ ਗਿਆ ਹੈ ਕਿ ਕੰਟੇਨਰ ਵਿੱਚ ਹਜ਼ਾਰਾਂ ਗੈਲਨ ਤੇਲ ਸੀ। ਇਸ ਘਟਨਾ ਕਾਰਨ ਕੰਪਨੀ ਨੂੰ ਕਰੀਬ 9 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਘਟਨਾ ਤੋਂ ਬਾਅਦ 29 ਨਵੰਬਰ ਨੂੰ ਮਹਿਲਾ ਕਰਮਚਾਰੀ ਤੇ ਕਾਰਵਾਈ ਵੀ ਕੀਤੀ ਗਈ। ਪੁਲਿਸ ਮੁਤਾਬਕ ਐਨਸ਼ਰੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸਨੇ ਅੱਗ ਲਾਉਣ ਦੀ ਗੱਲ ਵੀ ਕਬੂਲੀ ਹੈ। ਦੋਸ਼ੀ ਔਰਤ ਨੇ ਦਾਅਵਾ ਕੀਤਾ ਕਿ ਉਸਦਾ ਬੌਸ ਉਸਨੂੰ ਕੰਮ ਲਈ ਪਰੇਸ਼ਾਨ ਕਰਦਾ ਸੀ। ਇਸ ਤੋਂ ਪਰੇਸ਼ਾਨ ਹੋ ਕੇ ਉਸਨੇ ਇਹ ਕਦਮ ਚੁੱਕਿਆ। ਇਸ ਭਿਆਨਕ ਅੱਗ ਨਾਲ 10 ਤੋਂ ਵੱਧ ਘਰ ਦੇ ਨੁਕਸਾਨ ਹੋਣ ਦੀ ਵੀ ਖਬਰ ਹੈ। ਹਾਲਾਂਕਿ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪੁਲਿਸ ਕੰਪਨੀ ਦੇ ਮਾਲਕ ਤੋਂ ਪੁੱਛਗਿੱਛ ਕਰ ਰਹੀ ਹੈ, ਜਿਸਨੇ ਦੱਸਿਆ ਕਿ ਔਰਤ ਪਿਛਲੇ 9 ਸਾਲਾਂ ਤੋਂ ਇੱਥੇ ਕੰਮ ਕਰ ਰਹੀ ਹੈ, ਪਰ ਉਸਨੂੰ ਨਹੀਂ ਸੀ ਪਤਾ ਕਿ ਉਹ ਅਜਿਹਾ ਕਦਮ ਚੁੱਕੇ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।